ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਵੇਕਅਪ ਕਾਲ ਯਾਨੀ ਕਿ ਅਖਬਾਰਨਾਮਾ ਲੈ ਕੇ ਮੈਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੇ ਚੱਲਦੇ ਹਾਂ ਫਿਰ ਯੂਐਸਏ ਦੀਆਂ ਨਿਊਜ਼ਪੇਪਰਸ ਵੱਲ। ਔਰ ਸਭ ਤੋਂ ਪਹਿਲਾਂ ਜਿਹੜਾ ਨਿਊਜ਼ਪੇਪਰ ਮੈਂ ਖੋਲ੍ਹਿਆ ਹੈ ਉਹ ਹੈ ਯੂਐਸ ਟੂਡੇ। ਔਰ ਯੂਐਸ ਟੂਡੇ ਨੇ ਜਿਹੜੀ ਹੈਡਲਾਈਨ ਬਣਾਈ ਹੈ ਉਹ ਹੈਲਥ ਨੂੰ ਰਿਲੇਟਡ ਬਣਾਈ ਹੈ। ਹੈਡਲਾਈਨ ਜਿਹੜੀ ਬਣੀ ਹੈ ਉਹ ਹੈ ਵਿੰਟਰ ਸਟॉर्म delay vaccine shipment to Florida and Texas. New York reports South African variant 486K US death, the latest COVID-19 updates. ਸੋ ਵੈਲ ਇਹਨਾਂ ਨੇ ਇਸ ਉੱਤੇ ਗੱਲ ਕੀਤੀ ਹੈ। ਸਾਨੂੰ ਪਤਾ ਹੈ ਕਿ ਜਿਵੇਂ ਅਸੀਂ ਪੰਜਾਬ ਦੀ ਗੱਲ ਕਰ ਲਈਏ ਜਾਂ ਇੰਡੀਆ ਦੀ ਗੱਲ ਕਰ ਲਈਏ ਤਾਂ ਅਸੀਂ ਕਹਿੰਦੇ ਹਾਂ ਕਿ ਆਹ ਜਿਹੜਾ ਮੌਸਮ ਹੈ ਬਸੰਤ ਤੋਂ ਪਹਿਲਾਂ ਜਾਂ ਲੋਹੜੀ ਤੋਂ ਬਾਅਦ ਵਾਲਾ, ਉੱਥੇ ਲਗਾਤਾਰ ਠੰਡ ਦਾ ਲੈਵਲ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਇੱਦਾਂ ਹੀ ਅਮਰੀਕਾ ਦੇ ਵਿੱਚ ਬੜੀਆਂ ਥਾਵਾਂ ਦੇ ਉੱਤੇ ਅਨਸਰਟਨ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਠੰਡ ਹੈ ਉਹ ਹੋ ਗਈ ਨੇ। ਔਰ ਇਸ ਕਰਕੇ ਜਿਹੜੀ ਸ਼ਿਪਮੈਂਟ ਹੈ ਕਰੋਨਾ ਵੈਕਸੀਨ ਦੀ ਉਹਦੇ ਵਿੱਚ ਰੁਕਾਵਟ ਆਈ ਹੈ। ਔਰ ਬਹੁਤ ਸਾਰੇ ਲੋਕ ਜਿਹੜੇ ਕਿ ਐਲੀਜੀਬਲ ਸੀ, ਅਪਾਇੰਟਡ ਸੀਗੇ, ਉਹਨਾਂ ਨੂੰ ਵੀ ਇਸ ਦੀ ਡੋਜ਼ ਨਹੀਂ ਮਿਲ ਸਕੀ। ਵੈਲ ਜਿਸ ਖਬਰ ਨੂੰ ਦੇਖਾਂ ਤੇ ਖਬਰ ਦੇ ਵਿੱਚ ਲਿਖਿਆ ਹੈ ਅ ਵਿੰਟਰ ਸਟॉर्म with the icy roads, power outrage and dangerously low temperature has snarled traffic from coast to coast and will delay shipment of COVID-19 vaccine to Florida and Texas. ਇਹ ਦੋ ਮੇਨ ਸਟੇਟਸ ਨੇ ਜਿੱਥੇ ਜਿਹੜੀ ਸ਼ਿਪਮੈਂਟ ਹੈ ਉਹਦੀ ਲੋਡ ਸੀ ਐਂਡ ਉਹ ਉੱਥੇ ਸਟਕ ਹੋ ਗਏ ਨੇ। ਸਾਨੂੰ ਪਤਾ ਹੈ ਕਿ ਲਗਾਤਾਰ ਜਦੋਂ ਮੌਸਮ ਸਾਹਮਣੇ ਆ ਜਾਂਦਾ ਹੈ, ਪ੍ਰਤੱਖ ਹੁੰਦਾ ਹੈ, ਤਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਮੈਂ ਇੰਡੀਆ ਰਹਿਣਾ ਹੈ ਔਰ ਇੰਡੀਆ ਜਦੋਂ ਠੰਡ ਹੁੰਦੀ ਹੈ ਤਾਂ ਅਸੀਂ ਯੂਜ਼ ਟੂ ਨਹੀਂ ਹੋਏ ਹੁੰਦੇ। ਔਰ ਜਦੋਂ ਜਨਵਰੀ ਫਰਵਰੀ ਵਾਲੀ ਠੰਡ ਹੁੰਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਠੰਡ ਬਹੁਤ ਜ਼ਿਆਦਾ ਹੈ। ਐਂਡ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਜਦੋਂ ਟੈਕਸਸ ਤੇ ਫਲੋਰੀਡਾ ਦੀ ਗੱਲ ਕਰਦੇ ਹਾਂ ਤੇ ਅੱਜ ਕੱਲ੍ਹ ਮਾਈਨਸ ਟੈਂਪਰੇਚਰ ਜਾਣ ਡਿਆ। ਔਰ ਉਸ ਤੋਂ ਇਲਾਵਾ ਕੂਲ ਵਿੰਡ ਜਿਹੜੀ ਹੈ ਉਹ ਕਿਵੇਂ ਘਨਣ ਕਰ ਰਹੀ ਹੈ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਮੋਸਕੋਵਿਟਸ ਡਾਇਰੈਕਟਰ ਆਫ ਫਲੋਰੀਡਾ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ said the state has been alerted that the frigid weather system impacting 25 states will delay the Monday-Tuesday shipment of vaccine. It is unclear how many doses will be affected and when delivery will be resumed. ਸੋ ਇਹਦੇ ਉੱਤੇ ਤੇ ਕੁਝ ਨਹੀਂ ਕਰ ਸਕਦੇ। ਦਿਸ ਇਜ਼ ਜੈਨੂਅਨ ਕੰਸਰਨ ਕਿ ਉੱਥੇ ਠੰਡ ਬਹੁਤ ਹੈ ਔਰ ਠੰਡ ਦੇ ਬਾਵਜੂਦ ਜਿਹੜੀ ਹੈ ਉਹ ਇੱਕ ਡੋਜ਼ ਪਰਟੀਕੂਲਰ ਵੈਕਸੀਨੇਸ਼ਨ ਜਿਹੜੀ ਹੈ ਜਾਂ ਕਹਿ ਲਓ ਕਿ ਵੈਕਸੀਨ ਪ੍ਰੋਪਰ ਸ਼ਿਪਮੈਂਟ ਨਹੀਂ ਹੋ ਰਹੀ। ਇਹ ਸੀ ਯੂਐਸ ਟੂਡੇ ਦੀ ਹੈਡਲਾਈਨ। ਇਸ ਤੋਂ ਇਲਾਵਾ ਯੂਐਸ ਟੂਡੇ ਨੇ ਕੀ ਲਿਖਿਆ? ਵੈਲ ਇਸ ਤੋਂ ਇਲਾਵਾ ਯੂਐਸ ਟੂਡੇ ਨੇ ਇੱਕ ਸਪੋਰਟਸ ਨੂੰ ਲੈ ਕੇ ਜਾਂ ਕਹਿ ਲਓ ਕਿ ਅਮਰੀਕਨ ਸਪੋਰਟਸ ਵੂਮਨ ਨੂੰ ਲੈ ਕੇ ਹੈਡਲਾਈਨ ਬਣਾਈ ਹੈ। ਸਰੀਨਾ ਵਿਲੀਅਮ ਬਾਰੇ ਲਿਖਿਆ ਹੈ ਸਰੀਨਾ ਵਿਲੀਅਮਸ ਬੀਟ ਸਾਈਮਨ ਹੈਲੇਪ ਟੂ ਰੀਚ ਆਸਟ੍ਰੇਲੀਅਨ ਓਪਨ ਸੈਮੀਫਾਈਨਲ। ਵੈਲ ਜਦੋਂ ਸਰੀਨਾ ਵਿਲੀਅਮ ਦੀ ਗੱਲ ਕਰਦੇ ਹਾਂ ਤਾਂ ਇੱਕ ਐਸੀ ਉਮਰ ਦੇ ਪੜਾਅ ਦੇ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਹਰਾਉਣਾ ਜਦੋਂ ਤੁਸੀਂ ਖੇਡਣਾ ਸ਼ੁਰੂ ਕੀਤਾ ਹੋਵੇ ਤੇ ਉਹਨਾਂ ਦਾ ਜਨਮ ਹੋਇਆ ਹੋਵੇ। ਜਦੋਂ ਮੈਂ ਗੱਲ ਕਰ ਰਿਹਾ ਕਿ ਇਹਨਾਂ ਨੇ ਜਦ ਲਾਸਟ ਮੈਚ ਖੇਡਿਆ ਸੀਗਾ ਤੇ ਉਦੋਂ ਉਸ ਲੜਕੀ ਨੂੰ ਹਰਾਇਆ ਸੀ ਜਿਹਨੇ ਹਲੇ 1998 ਦਾ ਜਿਹਨਾਂ ਦਾ ਜਨਮ ਹੈ, ਪਰ ਉਦੋਂ ਇਹਨਾਂ ਨੇ 1998 ਦੇ ਵਿੱਚ ਆਪਣੀ ਸ਼ੁਰੂਆਤ ਕਰ ਲਈ ਸੀ। ਵੈਲ ਇਸ ਖਬਰ ਦੇ ਵਿੱਚ ਬੜੀ ਡਿਟੇਲ ਲਿਖੀ ਹੋਈ ਹੈ। ਸਰੀਨਾ ਵਿਲੀਅਮ ਸਟੇਡ ਔਨ ਟਰੈਕ ਫॉर ਅ ਰਿਕਾਰਡ ਟਾਈਮ 24th ਗ੍ਰੈਂਡ ਸਲੈਮ ਟਾਈਟਲ ਐਡਵਾਂਸਿੰਗ ਟੂ ਦ ਆਸਟ੍ਰੇਲੀਅਨ ਓਪਨ ਸੈਮੀਫਾਈਨਲ ਵਿਦ 6-3 victory against Simon Halep on Tuesday. Next up for William in Naomi Osaka ranked number 3rd in the world, rode a big first serve to 6-2 victory over Shu Wei, who became the oldest woman at the 35 to make her Grand Slam quarter-final debut. Well, ਅਸੀਂ ਸਾਨੂੰ ਪਤਾ ਹੈ ਸੋਕਾ ਜਿਹੜੇ ਨੇ ਉਹ ਵੀ ਵਰਲਡ ਦੇ ਤੀਸਰੇ ਨੰਬਰ ਦੇ ਖਿਡਾਰੀ ਨੇ। ਸੋ ਉਸ ਤੋਂ ਬਾਅਦ ਹੁਣ ਇਹਨਾਂ ਦਾ ਜਿਹੜਾ ਫਾਈਨਲ ਮੈਚ ਹੈ ਉਹਨਾਂ ਨਾਲ ਹੋਏਗਾ। ਇੱਕ ਬਹੁਤ ਇੰਟਰਸਟਿੰਗ ਐਂਡ ਕਹਿ ਲਓ ਕਿ ਚੈਂਪੀਅਨ ਕੰਪੀਟੀਟਿਵਸ਼ਿਪ ਦੇ ਨਾਲ ਇਹ ਮੈਚ ਖੇਡਿਆ ਜਾਊਗਾ। ਸੋ ਗੁੱਡ ਲੱਕ to both, or may the best women win this Grand Slam. ਵੈਲ ਇਹ ਸੀ ਯੂਐਸ ਟੂਡੇ ਨੇ ਜਿਹੜੀਆਂ ਹੈਡਲਾਈਨ ਬਣਾਈਆਂ। ਅੱਗੇ ਵੱਧਦਾ ਤੇ ਦਿਖਦਾ ਹੈ ਵਾਲ ਸਟਰੀਟ ਜਰਨਲ ਨੇ ਕੀ ਲਿਖਿਆ। ਵੈਲ ਵਾਲ ਸਟਰੀਟ ਜਰਨਲ ਨੇ ਸਭ ਤੋਂ ਪਹਿਲੀ ਜਿਹੜੀ ਹੈਡਲਾਈਨ ਬਣਾਈ ਹੈ ਉਹ ਮੌਸਮ ਨੂੰ ਲੈ ਕੇ ਬਣਾਈ ਹੈ ਔਰ ਟੈਕਸਸ ਦੇ ਮੌਸਮ ਨੂੰ ਲੈ ਕੇ ਬਣਾਈ ਹੈ। ਇਨ ਟੈਕਸਸ ਵਿੰਟਰ ਸਟॉर्म ਫੋਰਸਿਸ ਰੋਲਿੰਗ ਪਾਵਰ ਆਊਟਰੇਜਸ ਐਜ਼ ਮਿਲੀਅਨ ਆਰ ਵਿਦਆਊਟ ਇਲੈਕਟ੍ਰਿਸਿਟੀ। ਵੈਲ ਜਦੋਂ ਐਡਾ ਦਾ ਤੂਫਾਨ ਹੋਵੇ, ਇੰਨੀ ਜ਼ਿਆਦਾ ਠੰਡ ਹੋਵੇ ਤਾਂ ਇੰਨੀਆਂ ਘਟਨਾਵਾਂ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਜੇ ਸਬ ਹੈਡਲਾਈਨ ਦੀ ਗੱਲ ਲਿਖਾਂ ਤੇ ਸਬ ਹੈਡਲਾਈਨ ਜਿਹੜੀ ਇਹਨਾਂ ਨੇ ਬਣਾਈ ਹੈ ਮੋਰ ਦੈਨ 150 ਮਿਲੀਅਨ ਰੈਜ਼ੀਡੈਂਟਸ ਕੰਟਰੀ ਵਾਈਡ ਆਰ ਅੰਡਰ ਵੇਰੀਅਸ ਵੈਦਰ ਰੇਟਿੰਗਸ ਐਂਡ ਐਡਵਾਈਜ਼ਰੀਜ਼। ਲਗਾਤਾਰ ਅਮਰੀਕਾ ਜਿਹੜਾ ਹੈ ਉਹਨਾਂ ਦਾ ਮੈਟ ਡਿਪਾਰਟਮੈਂਟ ਹੈ ਉਹ ਐਡਵਾਈਜ਼ਰੀ ਜਿਹੜਾ ਹੈ ਤਿਆਰ ਕਰ ਰਿਹਾ ਕਿ ਤੁਸੀਂ ਅੰਦਰ ਰਹੋ, ਕੰਮ 'ਤੇ ਨਾ ਜਾਓ। ਜਦੋਂ ਕੁਛ ਆ ਰਿਹਾ ਤਾਂ ਪਲੀਜ਼ ਆਪਣਾ ਬਹੁਤ ਜ਼ਿਆਦਾ ਧਿਆਨ ਰੱਖੋ, ਕਿਉਂਕਿ ਐਕਸਟ੍ਰੀਮ ਵੈਦਰ ਦੇ ਵਿੱਚ ਆਪਣਾ ਧਿਆਨ ਰੱਖਣਾ ਹੈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਸ ਸਮੇਂ ਦੀ ਅਮਰੀਕਨ ਦੇ ਲਈ। ਵੈਲੇ ਇਸ ਖਬਰ ਦੀ ਗੱਲ ਕਰਾਂ ਤਾਂ ਇਸ ਖਬਰ ਨੇ ਆਪਣੇ ਦੋ ਪੈਰਾਂ ਦੇ ਵਿੱਚ ਡਿਟੇਲ ਦਿੱਤੀ ਹੋਈ ਹੈ ਪੂਰੀ। ਅ ਮਿਲੀਅਨ ਆਫ ਟੈਕਸਸ were left without electricity Monday as a rare winter storm boosted demand and crimped supply. Demonstrating that California is not the only state with a power grid vulnerable to extreme weather conditions. The Electricity Reliability Council of Texas, which manages the state electricity grid, began calling for rotating outrage overnight on Sunday to avoid widespread blackouts that can occur when demand excess supply. But the serve power shortage forced companies to curtail power beyond short rolling
blackouts, with many customers losing electricity for much of the day. Well, ਜਦੋਂ ਅਸੀਂ ਇੰਡੀਆ ਦੀ ਗੱਲ ਕਰ ਰਹੇ ਹਾਂ ਤਾਂ ਇੰਡੀਆ ਇੰਨੀ ਬੈਡ ਕੰਡੀਸ਼ਨਸ ਨਹੀਂ ਹੁੰਦੀਆਂ, ਇੰਨੀ ਐਕਸਟ੍ਰੀਮ ਕੰਡੀਸ਼ਨਸ ਨਹੀਂ ਹੁੰਦੀਆਂ, ਪਰ ਫਿਰ ਵੀ ਇੱਥੇ ਇਲੈਕਟ੍ਰਿਸਿਟੀ ਦਾ ਜੋ ਹਾਲ ਹੈ ਅਸੀਂ ਉਹ ਤੋਂ ਅੰਦਾਜ਼ਾ ਲਾ ਸਕਦੇ ਹਾਂ। ਪਰ ਜਦੋਂ ਅਮਰੀਕਾ ਦੀ ਗੱਲ ਕਰ ਰਹੇ ਹਾਂ ਤਾਂ ਟੈਕਸਸ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੈ ਔਰ ਸਟ੍ਰੋਮ ਦੀ ਗੱਲ ਕਰਾਂ ਤਾਂ ਲਗਾਤਾਰ ਸਟਰੋਂਗ ਹੋ ਰਿਹਾ, ਔਰ ਇਸ ਨੂੰ ਲੈ ਕੇ ਪੂਰੀ ਡਿਟੇਲ ਦੇ ਨਾਲ ਇਹਨਾਂ ਨੇ ਇੱਕ ਹੈਡਲਾਈਨ ਔਰ ਨਿਊਜ਼ ਨੂੰ ਕ੍ਰੀਏਟ ਕੀਤਾ ਹੈ। ਅੱਗੇ ਵਧਦਾ ਤੇ ਵਾਲ ਸਟਰੀਟ ਜਰਨਲ ਨੇ ਅਗਲੀ ਨਿਊਜ਼ ਜਿਹੜੀ ਹੈ, ਅਗਲੀ ਹੈਡਲਾਈਨ ਜਿਹੜੀ ਵਾਲ ਸਟਰੀਟ ਜਰਨਲ ਨੇ ਬਣਾਈ ਹੈ ਉਹ ਮਿਨੋਰਿਟੀ ਲੀਡਰ ਦੀ ਬਣਾਈ ਹੈ। ਮੈਕਡੋਨਲਡ ਡਸ ਨਾਟ ਕੇਅਰ ਅਬਾਊਟ ਟਰੰਪ ਬ੍ਰਾਂਡ ਇਨ 2022, ਹੀ ਜਸਟ ਵਾਂਟਸ ਇਲੈਕਟੇਬਲ ਕੈਂਡੀਡੇਟ। ਇੱਥੇ ਮਿਨੋਰਿਟੀ ਲੀਡਰਸ ਦੀ ਗੱਲ ਕੀਤੀ ਜਾਂਦੀ ਹੈ। ਇਹਨਾਂ ਦੀ ਪ੍ਰੈਜੈਂਟੇਸ਼ਨ ਇਸ ਵਾਰ ਬਹੁਤ ਸੋਹਣੀ ਹੈ ਐਂਡ ਮੈਂ ਕੋਸ਼ਿਸ਼ ਕਰਾਂਗਾ ਕਿ ਇਹ ਪ੍ਰੈਜੈਂਟੇਸ਼ਨ ਤੁਹਾਡੇ ਤੱਕ ਵੀ ਪਹੁੰਚ ਜਾਏ ਜੋ ਇਹਨਾਂ ਨੇ ਫੋਟੋਜ਼ ਲਗਾਈਆਂ ਨੇ। ਇਸ ਖਬਰ ਦੇ ਵਿੱਚ ਡਿਟੇਲ ਦਿੱਤੀ ਹੋਈ ਹੈ ਕਿ ਸੈਨੇਟਰ ਮਿਨੋਰਿਟੀ ਲੀਡਰ ਮਿਚ ਮੈਕਡੋਨਲਡ ਫੇਸਿੰਗ ਦ ਪ੍ਰੋਸਪੈਕਟਸ ਆਫ ਕੈਂਪੇਨਸ from the pro-Trump wing of Republican Party. Signaled his willingness to get involved in a primary elections to improve the party's chance for regaining control of the chamber in next round of election in 2022. ਦੇਖੋ ਬਹੁਤ ਵੱਡੀ ਮੰਗ ਹੈ ਇਸ ਟਾਈਮ ਪਾਰਟੀ ਦੇ ਅੱਗੇ ਕਿ ਉਹ ਆਪਣੀ ਇਮੇਜ ਨੂੰ ਵੀ ਸੁਧਾਰਨ। ਟਰੰਪ ਹੁਣਾਂ ਨੇ ਬਹੁਤ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ। ਜੇ ਗੱਲ ਕੀਤੀ ਜਾਵੇ ਪਾਰਟੀ ਦੀ ਤਾਂ ਪਾਰਟੀ ਦੇ ਅੰਦਰ ਵੀ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਦੁਬਾਰਾ ਤੋਂ ਇੱਕ ਰੀਫਰਬਿਸ਼ਮੈਂਟ ਦੇ ਉੱਤੇ ਜਾਣ ਦੀ ਜ਼ਰੂਰਤ ਹੈ। ਇਸ ਲਈ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਲੀਡਰਸ ਨੇ ਉਹ ਕਹਿੰਦੇ ਕਿ ਅਸੀਂ ਦੁਬਾਰਾ ਅਪਲਿਫਟ ਕਰਾਂਗੇ, ਅਸੀਂ ਲੜਾਂਗੇ, ਪ੍ਰਾਇਮਰੀ ਵਿੰਗ 'ਚ ਆਵਾਂਗੇ ਔਰ ਪਾਵਰਸ ਦੀ ਜਿਹੜੀ ਹੈ ਉਹ ਲੋੜ ਹੈ। ਜਿਤਨੀ ਕੰਟਰੀ ਨੂੰ ਅਸੀਂ ਗੱਲ ਕਰ ਰਹੇ ਹਾਂ ਕਿ 6 ਜਨਵਰੀ ਨੂੰ ਜੋ ਹੋਇਆ ਉਹ ਇੱਕ ਤਰੀਕੇ ਦੇ ਨਾਲ ਰਿਪਬਲਿਕਨ ਪਾਰਟੀ ਦੇ ਲਈ ਬਹੁਤ ਨੁਕਸਾਨ ਕਰ ਸਕਦਾ ਹੈ, ਕਿਉਂਕਿ ਅਮਰੀਕਨ ਜਿਹੜੇ ਨੇ ਉਹ ਰੀਥਿੰਕਿੰਗ ਦੇ ਵਿੱਚ ਯਕੀਨ ਰੱਖਦੇ ਨੇ। ਜੇ ਅਮਰੀਕਨ ਨੇ ਐਵੈਲੂਏਟ ਕਰਕੇ ਚੀਜ਼ ਜਿਹੜੀ ਹੈ ਸਾਹਮਣੇ ਲੈ ਕੇ ਆਂਦੀ ਤਾਂ ਇੱਕ ਬਹੁਤ ਵੱਡੀ ਗੱਲ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ ਲਿਖਿਆ ਹੈ ਦ ਕੀ ਟੂ GOP ਚਾਂਸਸ ਆਫ ਰੀਟੇਕਿੰਗ ਦ ਸੈਨੇਟ ਇਜ਼ ਗੈਟਿੰਗ ਕੈਂਡੀਡੇਟ ਹੂ ਕੈਨ ਐਕਚੁਅਲੀ ਵਿਨ in November. Mr. McConnell said in an interview with the Wall Street Journal they may or may not involve trying to affect the outcome of primaries. ਵੈਲ ਉਹੀ ਕੈਂਡੀਡੇਟ ਜਿਹੜੇ ਨੇ ਉਹ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਜਿਨ੍ਹਾਂ ਦੇ ਜ਼ਿਆਦਾ ਤੋਂ ਜ਼ਿਆਦਾ ਚਾਂਸਸ ਹੋਣਗੇ ਜਿੱਤਣ ਦੇ, ਔਰ ਅਮਰੀਕਨ ਡੈਮੋਕ੍ਰੇਸੀ ਜਿਹੜੀ ਹੈ ਉਹਨੂੰ ਇੱਕ ਤਰੀਕੇ ਨਾਲ ਬਚਾਉਣ ਦੇ ਲਈ, ਅਮਰੀਕਨ ਡੈਮੋਕ੍ਰੇਸੀ ਅਮਰੀਕਨ ਕੰਟਰੀ ਦੇ ਵਿੱਚ ਆਪਣਾ ਦਬਦਬਾ ਬਣਾਉਣ ਦੇ ਲਈ ਉਹਨਾਂ ਕੈਂਡੀਡੇਟਸ ਨੂੰ ਉਤਾਰਿਆ ਜਾਏਗਾ ਜਿਹੜੇ ਕਿ ਬੈਟਰ ਮੇਕ ਕਰ ਸਕਦੇ ਨੇ 2022 ਯਾਨੀ ਕਿ 2022 ਦੇ ਵਿੱਚ। ਇੱਕ ਤਰੀਕੇ ਨਾਲ ਇੰਪੋਰਟੈਂਟ ਨਿਊਜ਼ ਹੈ ਜਿਹੜੀ ਵਾਲ ਸਟਰੀਟ ਜਰਨਲ ਨੇ ਇਹ ਕਵਰ ਕੀਤੀ ਹੈ। ਵੈਲ ਅਗਲੀ ਜਿਹੜੀ ਖਬਰ ਹੈ ਨਿਊਯਾਰਕ ਟਾਈਮਸ ਦੀ, ਤਾਂ ਮੈਂ ਕਹਾਂ ਕਿ ਨਿਊਯਾਰਕ ਟਾਈਮਸ ਦੀ ਜਿਹੜੀ ਇੱਕ ਸਿਟੀ ਹੈ ਨਿਊਯਾਰਕ ਉਸ ਨੂੰ ਹੀ ਹੈਡਲਾਈਨ ਬਣਾਇਆ ਹੈ। ਨਿਊਯਾਰਕਰਸ ਰਸ਼ ਟੂ ਗੈਟ ਵੈਕਸੀਨ ਆਫਟਰ ਐਲੀਜੀਬਿਲਿਟੀ ਐਕਸਪੈਂਡਸ. The first of 4 million newly qualified people were vaccinated around the city and state on Monday. Many are still struggling to get appointment. ਵੈਲ ਉਹਨਾਂ ਨੇ ਬਾਈਡਨ ਸਾਹਿਬ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਸੀ ਕਿ ਥੋੜ੍ਹੇ ਜਿਹੇ ਜਿਹੜੇ ਨੋਰਮਸ ਨੇ ਐਲੀਜੀਬਿਲਿਟੀ ਕ੍ਰਾਈਟੇਰੀਆ ਦੇ ਉਹ ਐਕਸਪੈਂਡ ਕੀਤੇ ਜਾਣੇ ਚਾਹੀਦੇ ਆ ਐਂਡ ਨਵੇਂ ਜਿਹੜੇ 4 ਮਿਲੀਅਨ ਲੋਕ ਨੇ ਉਹਨਾਂ ਨੂੰ ਐਡ ਕੀਤਾ ਜਾਣਾ ਚਾਹੀਦਾ ਹੈ। ਔਰ ਇਸ ਤੋਂ ਬਾਅਦ ਨਿਊਯਾਰਕਸ ਦੇ ਜਿਹੜੇ ਹੈਲਥ ਸੈਂਟਰਸ ਹੈ ਉਹਨਾਂ ਦੇ ਸਾਹਮਣੇ ਵੱਡੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਐਵਰੀਬਡੀ ਇਜ਼ ਇਨ ਰਸ਼ ਟੂ ਗੈਟ ਵੈਕਸੀਨੇਸ਼ਨਸ, ਸੋ ਇਟ ਇਜ਼ ਇੰਪੋਰਟੈਂਟ ਟੂ get vaccination because still many people are away from vaccination process. So ਇਹ ਖਬਰ ਜਿਹੜੀ ਹੈ ਨਿਊਯਾਰਕ ਟਾਈਮਸ ਨੇ ਆਪਣੀ ਹੈਡਲਾਈਨ ਬਣਾਈ ਹੈ। ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਹੈ ਵੈਦਰ ਨੂੰ ਲੈ ਕੇ ਹੈਡਲਾਈਨ ਬਣਾਈ ਹੈ ਅ ਵਿੰਟਰ ਸਟਾਰਮ ਇਨ ਅ ਯੂਨਾਈਟਿਡ ਸਟੇਟ ਇਜ਼ ਫੋਰਸਿੰਗ ਮੈਨੀ ਵੈਕਸੀਨੇਸ਼ਨ ਸਾਈਟਸ ਟੂ ਕਲੋਜ਼। ਲਗਾਤਾਰ ਮੈਂ ਗੱਲ ਕੀਤੀ ਨਿਊਯਾਰਕ ਦੀ ਗੱਲ ਕੀਤੀ ਹੈ ਤਾਂ ਨਿਊਯਾਰਕ 'ਚ ਵੀ ਬੜੀਆਂ ਸਾਈਟਸ ਕਲੋਜ਼ ਹੋਈਆਂ ਨੇ। ਇਸ ਤੋਂ ਇਲਾਵਾ ਟੈਕਸਸ ਦੇ ਵਿੱਚ ਸ਼ਿਪਮੈਂਟ ਨੂੰ ਲੈ ਕੇ ਡਿਲੇ ਹੋ ਗਿਆ। ਇਹ ਸਾਰੀਆਂ ਜਿਹੜੀਆਂ ਹੈਡਲਾਈਨਸ ਨੇ ਇਹਨਾਂ ਨੇ ਆਪਣੇ ਫਰੰਟ ਪੇਜ 'ਤੇ ਰੱਖੀਆਂ ਨੇ। ਅੱਗੇ ਵਧਣਾ ਦੇਖਦਾ ਵਾਸ਼ਿੰਗਟਨ ਪੋਸਟ ਨੇ ਕੀ ਲਿਖਿਆ। ਵੈਲ ਵਾਸ਼ਿੰਗਟਨ ਪੋਸਟ ਨੇ ਨੈਂਸੀ ਪੈਲੋਸੀ ਦੀ ਖਬਰ ਜਿਹੜੀ ਹੈ ਉਹਨੂੰ ਮੇਨ ਹੈਡਲਾਈਨ ਬਣਾਇਆ ਹੈ, ਯਾਨੀ ਕਿ ਉਹਨਾਂ ਦੀ ਸਟੇਟਮੈਂਟ ਹੈ ਪੈਲੋਸੀ ਸੇਜ਼ ਦੇयर ਵਿਲ ਬੀ ਅ 9/11 ਸਟਾਈਲ ਕਮਿਸ਼ਨ ਟੂ ਐਗਜ਼ਾਮਿਨ ਕੈਪੀਟਲ ਰਾਈਟ। ਵੈਲ ਬਹੁਤ ਜ਼ਿਆਦਾ ਸੀਰੀਅਸ ਹੈ ਜੋ ਪੈਲੋਸੀ ਜੋ ਹੈ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਇੱਕ ਤਰੀਕੇ ਦੇ ਨਾਲ ਅਨਕੌਂਸਟੀਟਿਊਸ਼ਨਲ ਹੈ, ਅਨਡੈਮੋਕ੍ਰੈਟਿਕ ਹੈ ਔਰ ਅਮਰੀਕਾ ਦੇ ਫੇਵਰ ਵਿੱਚ ਨਹੀਂ ਹੈ ਜੋ 6 ਜਨਵਰੀ ਨੂੰ ਰਾਈਟ ਹੋਏ ਨੇ। ਸੋ ਉਹਨਾਂ ਨੂੰ ਲੈ ਕੇ ਉਹ ਲਗਾਤਾਰ ਕਹਿੰਦੇ ਨੇ ਕਿ ਜਸਟਿਸ ਜਿਹੜਾ ਹੈ ਉਹਨੂੰ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ। ਲਿਖ ਰਹੇ ਨੇ ਦ ਹਾਊਸ ਸਪੀਕਰ ਸਿਗਨਲਡ ਇਨ ਅ ਲੈਟਰ ਟੂ ਡੈਮੋਕ੍ਰੈਟਸ ਦੈਟ ਦ ਹਾਊਸ ਵੁੱਡ ਸੂਨ ਕੰਸੀਡਰ ਲੈਜਿਸਲੇਸ਼ਨਸ ਟੂ ਫਾਰਮ ਅ ਕਮਿਸ਼ਨ ਟੂ ਇਨਵੈਸਟੀਗੇਟ ਐਂਡ ਰਿਪੋਰਟ ਔਨ ਦ ਅਟੈਕ ਐਂਡ interference in the election proceedings as well as appropriation to pay for enhanced security feature on the Capitol grounds. So ਇੱਕ ਜਦੋਂ ਅਸੀਂ ਦੇਖਿਆ ਸੀ ਕਿ ਕੈਪੀਟਲ ਗਰਾਊਂਡ ਦੇ ਉੱਤੇ ਹਮਲਾ ਹੋਇਆ ਯਾਨੀ ਕੈਪੀਟਲ ਹਿੱਲ ਦੇ ਉੱਤੇ ਹਮਲਾ ਹੋਇਆ ਸੀਗਾ ਤੇ ਜਿਹੜੇ ਪ੍ਰਾਊਡ ਬॉयਜ਼ ਸੀਗੇ ਉਹ ਲਗਾਤਾਰ ਇਹ ਕਹਿੰਦੇ ਨਜ਼ਰ ਆਏ ਕਿ ਅਸੀਂ ਨੈਂਸੀ ਪੈਲੋਸੀ ਨੂੰ ਮਾਰਨ ਲਈ ਆਏ ਹਾਂ, ਕਿੱਥੇ ਹੈ ਨੈਂਸੀ ਪੈਲੋਸੀ, ਕਿੱਥੇ ਹੈ ਨੈਂਸੀ ਪੈਲੋਸੀ, ਇੱਦਾਂ ਦੇ ਬਹੁਤ ਵਾਰ ਵੀਡੀਓਜ਼ ਦੇਖਣ ਆਏ ਆ ਜਿਹੜਾ ਕਿ ਡਰ ਖੌਫ ਦਾ ਜਿਹੜਾ ਹੈ ਘੇਰਾ ਬਣਾ ਲੈਂਦੇ ਨੇ। ਸੋ ਨੈਂਸੀ ਪੈਲੋਸੀ ਦੀ ਇਹ ਸਟੇਟਮੈਂਟ ਇੱਕ ਆਪਣੇ ਆਪ ਦੇ ਵਿੱਚ ਬੜੀ ਅਹਿਮ ਹੈ। ਵੈਲ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤੇ ਟੁਮਾਰੋ ਆਈਲ ਸਟਾਰਟ ਟੂ ਫੀਲ ਬੈਟਰ। ਹਿਊਮਨ ਟੱਚ ਵਾਲੀ ਖਬਰ ਹੈ। ਤੁਸੀਂ ਜੇ ਲਾਈਟ ਮੋਡ ਰੱਖਣਾ ਚਾਹੁੰਦੇ ਹੋ ਤਾਂ ਇਸ ਖਬਰ ਨੂੰ ਪੜ੍ਹ ਸਕਦੇ ਹੋ
ਕਿਵੇਂ ਕੋਵਿਡ-19 ਨਾਲ ਲੋਕ ਕੋਪ ਕਰ ਰਹੇ ਨੇ, ਕਿਵੇਂ ਲੜ ਰਹੇ ਨੇ, ਅੱਗੇ ਵਧ ਰਹੇ ਨੇ ਔਰ ਲਾਈਫ ਜਿਹੜੀ ਹੈ ਉਹ ਬਿਊਟੀਫੁਲ ਹੈ ਔਰ ਜ਼ਿੰਦਗੀ ਨੂੰ ਕਿਸ ਪਰਸਪੈਕਟਿਵ ਨਾਲ ਦੇਖ ਰਹੇ ਨੇ। ਵੈਲ ਇਹ ਸੀ ਯੂਐਸ ਨੈਸ਼ਨਲ ਜਿਹੜੇ ਕਿ ਲਿਖ ਰਹੇ ਨੇ ਸੀ, ਬਹੁਤ ਸਾਰਿਆਂ ਨੇ ਰਾਈਟ ਬਾਰੇ ਲਿਖਿਆ, ਬਹੁਤ ਸਾਰਿਆਂ ਨੇ ਐਕਸਟ੍ਰੀਮ ਵੈਦਰ ਬਾਰੇ ਲਿਖਿਆ। ਐਂਡ ਜੇ ਤੁਸੀਂ ਵੀ ਕਿਤੇ ਅਮਰੀਕਾ ਦੇ ਕਿਸੇ ਵੀ ਕੰਟਰੀ ਦੇ ਵਿੱਚ ਜਾਂ ਕਿਸੇ ਵੀ ਸਟੇਟ ਦੇ ਵਿੱਚ ਸਟਕ ਹੋ ਤਾਂ ਪਲੀਜ਼ ਆਪਣਾ ਬਹੁਤ ਬਹੁਤ ਖਿਆਲ ਰੱਖਿਓ। ਫਿਲਹਾਲ ਮੈਂ ਬੰਦਾ ਅਗਲੇ ਸੈਗਮੈਂਟ ਵੱਲ, ਜਿੱਥੇ ਅਸੀਂ ਇੰਡੀਅਨ ਨੈਸ਼ਨਲ ਵੱਲ ਦੇਖਾਂਗੇ। ਫਿਲਹਾਲ ਸਭ ਤੋਂ ਪਹਿਲਾਂ ਇੰਗਲਿਸ਼ ਟ੍ਰਿਬਿਊਨ। ਵੈਲ ਇੰਗਲਿਸ਼ ਟ੍ਰਿਬਿਊਨ ਦੀ ਗੱਲ ਕਰਾਂ ਤੇ ਟੂਲ ਕਿਟ ਮਾਮਲਾ ਜਿਹੜਾ ਹੈ ਇਹਨਾਂ ਨੇ ਫਰੰਟ ਤੇ ਰੱਖਿਆ ਹੈ, ਹੈਡਲਾਈਨ ਬਣਾਈ ਹੈ ਟੂਲ ਕਿਟ ਵਾਰੰਟ ਅਗੇਂਸਟ 2 ਐਕਟਿਵਿਸਟ। ਟੂਲ ਕਿਟ ਮਾਮਲੇ ਦੇ ਵਿੱਚ 2 ਐਕਟਿਵਿਸਟ ਖਿਲਾਫ ਜਿਹੜੇ ਨੇ ਨਾਨ ਅਵੇਲੇਬਲ ਵਾਰੰਟ ਇਸ਼ੂ ਹੋ ਗਏ ਨੇ। ਇਸ ਖਬਰ ਦੀ ਡਿਟੇਲ ਜਿਹੜੀ ਹੈ ਉਹ ਬਹੁਤ ਸਟੈਪ ਬਾय ਸਟੈਪ ਹੈ, ਇਹਨਾਂ ਨੇ ਬਹੁਤ ਹੈਡਿੰਗਸ ਬਣਾ ਕੇ ਲਿਖੀ ਹੋਈ ਹੈ ਐਂਡ ਮੈਂ ਸੇਮ ਉਸੇ ਹੈਡਿੰਗਸ ਨੂੰ ਜਿਹੜਾ ਪੜ੍ਹਨ ਦੀ ਕੋਸ਼ਿਸ਼ ਕਰਾਂਗਾ। ਔਨ Feb 11 searches was conducted at Nitika Mumbai residence. In her absence 2 laptop and phone were seized and incriminating. ਸੋ ਵੈਲ ਦਿਸ ਇਜ਼ ਫਸਟ 2 ਹੈਡਿੰਗਸ ਜਿਹੜੇ ਇਹਨਾਂ ਨੇ ਬਣਾਏ ਨੇ। ਫਿਲਹਾਲ ਮੈਂ ਤੁਹਾਨੂੰ ਦੱਸਦਾ ਕਿ ਨਿਤਿਕਾ ਜੈਕਬ ਜਿਹੜੇ ਪੇਸ਼ੇ ਤੋਂ ਵਕੀਲ ਨੇ ਉਹਨਾਂ ਦੇ ਖਿਲਾਫ ਵੀ ਨਾਨ ਅਵੇਲੇਬਲ ਜਿਹੜਾ ਵਾਰੰਟ ਹੈ ਉਹ ਜਾਰੀ ਹੋਇਆ ਹੈ ਔਰ ਉਹਨਾਂ ਦੇ ਘਰ ਰੇਡ ਜਿਹੜੀ ਹੈ ਮੁੰਬਈ ਵਿਖੇ ਉਹਨਾਂ ਦਾ ਘਰ ਹੈ, ਉੱਥੇ ਰੇਡ ਕੀਤੀ ਗਈ ਸੀਗੀ ਔਰ ਉਹਨਾਂ ਦਾ ਸੈੱਲਫੋਨ ਐਂਡ ਲੈਪਟਾਪ ਜਿਹੜੇ ਸੀ ਉਹ ਸੀਜ਼ ਕਰ ਲਏ ਸੀਗੇ ਔਰ ਉਹਨਾਂ ਨੂੰ ਉਸ ਤੋਂ ਬਾਅਦ ਐਵੀਡੈਂਸ ਦੇ ਲਈ ਭੇਜ ਦਿੱਤਾ ਗਿਆ। ਇਸ ਤੋਂ ਤੀਸਰਾ ਹੈਡਿੰਗ ਜਿਹਨਾਂ ਨੇ ਬਣਾਇਆ ਹੈ ਕਿ ਬੇਸਡ ਔਨ ਐਵੀਡੈਂਸ ਟੀਮਸ ਵਰ ਸੈਂਟ ਟੂ ਮਹਾਰਾਸ਼ਟਰਾਸ ਬੀਡ ਐਂਡ ਬੈਂਗਲੋਰ ਟੂ ਨੈਬ ਸ਼ਾਂਤਨੂ ਐਂਡ ਦਿਸ਼ਾ ਰਵੀ। ਇਹਦੇ ਤੋਂ 3 ਲੋਕ ਜਿਹੜੇ ਮੇਨ ਇਸ ਵਿੱਚ ਨੇ, ਇੱਕ ਤਾਂ ਨਿਤਿਕਾ ਜੈਕਬ ਨੇ, ਉਸ ਤੋਂ ਬਾਅਦ ਦਿਸ਼ਾ ਰਵੀ ਨੇ, ਸ਼ਾਂਤਨੂ ਮੁਕੁਲ ਹੈ। ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ, ਇਹਨਾਂ ਦੇ ਖਿਲਾਫ ਜਿਹੜਾ ਹੈ ਵਾਰੰਟ ਹੈ। ਕੱਲ੍ਹ ਜਿਹੜੀ ਹੈਡਲਾਈਨ ਹੈ ਦਿਸ਼ਾ ਰਵੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ। All 3 accused, Disha, Ravi, Nitika Jacob and Shantanu Muluk, collaborated to draft the toolkit. ਇਹਨਾਂ ਤਿੰਨਾਂ ਨੇ ਜਿਹੜਾ ਇੰਡੀਅਨ ਵਿੱਚ ਟੂਲ ਕਿਟ ਨੂੰ ਡਰਾਫਟ ਕਰਨ ਦੇ ਲਈ ਕੰਮ ਕੀਤਾ ਸੀਗਾ, ਇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਦੇ ਐਕਟਿਡ ਐਟ ਦ ਬਿਹੈਸਟ ਆਫ ਪ੍ਰੋ ਖਾਲਿਸਤਾਨੀ ਗਰੁੱਪ ਪੋਇਟਿਕ ਜਸਟਿਸ ਫਾਊਂਡੇਸ਼ਨ। ਗਵਰਨਮੈਂਟ ਦਾ ਮੰਨਣਾ ਹੈ ਕਿ ਜਾਂ ਫਿਰ ਜਿਹੜੇ ਇਨਵੈਸਟੀਗੇਸ਼ਨ ਕਰ ਰਹੀ ਹੈ ਏਜੰਸੀ, ਉਹਨਾਂ ਦਾ ਮੰਨਣਾ ਹੈ ਕਿ ਇਹ PJF ਯਾਨੀ ਕਿ ਪੋਇਟਿਕ ਜਸਟਿਸ ਫਾਊਂਡੇਸ਼ਨ ਦੇ ਲਈ ਕੰਮ ਕਰਦੇ ਨੇ, ਦੇ ਆਰ ਪ੍ਰੋ ਵਰਕ ਫॉर them। ਐਂਡ ਇਸ ਤੋਂ ਇਲਾਵਾ ਜਿਹੜੀ ਅਗਲੀ ਹੈਡਿੰਗ ਬਣਾਇਆ ਹੈ ਗੂਗਲ ਡਾਕੂਮੈਂਟ ਗਲੋਬਲ ਡੇ ਆਫ ਐਕਸ਼ਨ ਜਨ 6/26 was created after the meet। ਗੂਗਲ ਡਾਕੂਮੈਂਟ ਬਣਾਇਆ ਗਿਆ, ਉਸ ਤੋਂ ਪਹਿਲਾਂ ਉਹਨਾਂ ਨੇ ਗੂਗਲ ਮੀਟ ਕੀਤੀ, ਉਸ ਤੋਂ ਬਾਅਦ ਗੂਗਲ ਡਾਕੂਮੈਂਟ ਬਣਾਇਆ ਗਿਆ 26 ਜਨਵਰੀ ਦੇ ਪ੍ਰੋਗਰਾਮ ਦੇ ਲਈ। ਇਸ ਤੋਂ ਇਲਾਵਾ ਲਿਖਿਆ ਹੈ ਕਿ ਪੁਲਿਸ ਆਰ ਆਲਸੋ ਪ੍ਰੋਬਿੰਗ ISI ਲਿੰਕ ਥਰੂ ਦ ਮੈਨ ਕਾਲਡ ਪੀਟਰ ਫੈਂਡਰਿਕ whose name figures in the document। ਇੱਕ ਨਾਮ ਸੀ ਪੀਟਰ, ਉਸ ਨੂੰ ਵੀ ਜਿਹੜਾ ਹੈ ਇਨਵੈਸਟੀਗੇਟ ਕੀਤਾ ਜਾ ਰਿਹਾ। ਵੈਲ ਇਸ ਪੂਰੀ ਖਬਰ ਦੇ ਵਿੱਚ ਪੂਰੀ ਤਰੀਕੇ ਨਾਲ ਡਿਟੇਲ ਦਿੱਤੀ ਹੈ ਇਸ ਖਬਰ ਬਾਰੇ। ਇਸ ਤੋਂ ਇਲਾਵਾ ਓਪੋਜੀਸ਼ਨ ਜਿਹੜੀ ਹੈ ਉਹ ਮੇਨ ਪਾਰਟ ਹੁੰਦੀ ਹੈ ਕਿਸੇ ਵੀ ਡੈਮੋਕ੍ਰੇਸੀ ਦਾ। ਓਪੋਜੀਸ਼ਨ ਦਾ ਕੀ ਟੇਕ ਓਵਰ ਹੈ ਇਹ ਵੀ ਇਹਨਾਂ ਨੇ ਛਾਪਿਆ ਹੈ ਕਿ ਓਪੋਜੀਸ਼ਨ BJP ਕਲੈਸ਼ ਓਵਰ ਦਿਸ਼ਾਜ਼ ਪੁਲਿਸ ਰਿਮਾਂਡ। The police remand of climate activist Disha Ravi brought the opposition and ruling BJP to verbal blows on day, with the Congress-led camp flagging threat to democracy and the BJP saying a crime is crime, age just a number। ਕਾਂਗਰਸ ਦਾ ਕਹਿਣਾ ਸੀਗਾ ਕਿ ਇੱਕ ਛੋਟੀ ਜਿਹੀ ਬੱਚੀ ਜਿਹੜੀ ਬਿਨਾਂ ਹਥਿਆਰ ਤੋਂ ਹੈ, ਬਿਨਾਂ ਕਿਸੇ ਕਹਿ ਲਓ ਕਿ ਲੈਸ ਵੈਪਨ ਤੋਂ ਹੈ, ਉਸ ਤੋਂ ਗਵਰਨਮੈਂਟ ਨੂੰ ਕੀ ਡਰ ਹੋ ਸਕਦਾ ਹੈ। ਪਰ ਜਦੋਂ BJP ਵਾਲਿਆਂ ਨੇ ਗੱਲ ਸੁਣੀ ਤਾਂ ਉਹਨਾਂ ਨੇ ਕਿਹਾ ਕਿ ਕ੍ਰਾਈਮ ਹੈ, ਚਾਹੇ ਕੋਈ ਉਮਰ ਹੋਵੇ, ਚਾਹੇ ਉਹ ਲਿੰਗ ਹੋਵੇ, ਕਿਸੇ ਆਧਾਰ 'ਤੇ ਵੀ ਮਤਭੇਦ ਨਹੀਂ ਕੀਤਾ ਜਾ ਸਕਦਾ। ਵੈਲ ਇਹ ਸੀ ਹੈਡਲਾਈਨਸ ਇੰਗਲਿਸ਼ ਟ੍ਰਿਬਿਊਨ ਦੀਆਂ, ਤੇ ਅੱਗੇ ਵਧਣਾ ਦੇਖਦਾ ਪੰਜਾਬੀ ਟ੍ਰਿਬਿਊਨ ਨੇ ਕੀ ਹੈਡਲਾਈਨ ਬਣਾਈ ਹੈ। ਪੰਜਾਬੀ ਟ੍ਰਿਬਿਊਨ ਦੀ ਗੱਲ ਕਰੀਏ ਤਾਂ ਪੰਜਾਬੀ ਟ੍ਰਿਬਿਊਨ ਨੇ ਜਿਹੜੀ ਹੈਡਲਾਈਨ ਬਣਾਈ ਹੈ ਉਹਦੇ ਵਿੱਚ ਲਿਖਿਆ ਹੈ ਕੌਂਸਲ ਚੋਣਾਂ 3 ਬੂਥਾਂ 'ਤੇ ਅੱਜ ਮੁੜ ਵੋਟਿੰਗ ਹੋਏਗੀ। ਇਸ ਨੂੰ ਇੱਕ ਵੱਡੀ ਜਿਹੜੀ ਹੈ ਹੈਡਲਾਈਨ ਬਣਾ ਕੇ ਇਹਨਾਂ ਨੇ ਪੇਸ਼ ਕੀਤਾ ਹੈ। ਸਮਾਣਾ ਦੇ 2 ਤੇ ਪਾਤੜਾਂ ਦੇ 1 ਬੂਥ 'ਤੇ ਹੋਵੇਗੀ ਪੋਲਿੰਗ, ਇਸ ਖਬਰ ਦੇ ਵਿੱਚ ਲਿਖਿਆ ਹੈ। ਇਸ ਤੋਂ ਇਲਾਵਾ ਜਿਹੜੇ ਹੈਡਿੰਗਸ ਬਣੇ ਨੇ, ਸੂਬਾਈ ਚੋਣ ਕਮਿਸ਼ਨ ਨੇ ਵੋਟਿੰਗ ਮਸ਼ੀਨ ਦੀ ਭੰਨਤੋੜ ਮਗਰੋਂ ਲਿਆ ਫੈਸਲਾ, 3 ਥਾਵਾਂ 'ਤੇ ਲੋੜੀਂਦੀ ਪੁਲਿਸ ਤਾਇਨਾਤ। ਇਹਨਾਂ 3 ਥਾਵਾਂ ਦੇ ਉੱਤੇ ਕਲੈਸ਼ ਹੋ ਗਿਆ ਸੀ, ਇਸ ਤੋਂ ਬਾਅਦ ਜਿਹੜਾ ਹੈ ਇਹ ਡਿਸੀਜਨ ਲਿਆ ਗਿਆ। ਪ੍ਰਸ਼ਾਸਨ ਵੱਲੋਂ ਮੁੜ ਵੋਟਿੰਗ ਲਈ ਤਿਆਰੀਆਂ ਮੁਕੰਮਲ। ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ 8 ਤੇ 11 ਦੇ ਵਿੱਚ ਅੱਜ 16 ਫਰਵਰੀ ਨੂੰ ਪੋਲਿੰਗ ਹੋਵੇਗੀ। ਇਹਦੀਆਂ ਪੂਰੀਆਂ ਜਿਹੜੀਆਂ ਨੇ ਤਿਆਰੀਆਂ ਕਰ ਗਈਆਂ ਨੇ। ਇਸ ਤੋਂ ਇਲਾਵਾ ਕਿਹੜੀ ਹੈਡਲਾਈਨ ਹੈ? ਇਸ ਤੋਂ ਇਲਾਵਾ ਜਿਹੜਾ ਟੂਲ ਕਿਟ ਮਾਮਲਾ ਹੈ, ਇਹਨਾਂ ਨੇ ਵੀ ਉਹਦੀ ਹੈਡਲਾਈਨ ਬਣਾਈ ਹੈ ਦਿਸ਼ਾ ਦੇ 2 ਸਾਥੀਆਂ ਖਿਲਾਫ ਗੈਰ ਜ਼ਮਾਨਤੀ ਵਾਰੰਟ। ਦਿਸ਼ਾ ਤੇ ਨਿਤਿਕਾ ਤੇ ਸ਼ਾਂਤਨੂ ਨਾਲ ਮਿਲ ਕੇ ਟੂਲ ਕਿਟ ਤਿਆਰ ਕਰਨ ਦਾ ਦੋਸ਼ ਲਾਇਆ ਹੈ। ਇਸ ਉੱਤੇ ਗੱਲਬਾਤ ਜਿਹੜੀ ਹੈ ਇਹਨਾਂ ਲਿਖੀ ਹੈ। ਔਰ ਇਸ ਤੋਂ ਇਲਾਵਾ ਜੇ ਕਰਨਾ ਬਾਕਸ ਦੇ ਵਿੱਚ ਇੱਕ ਛੋਟਾ ਜਿਹਾ ਪੁਆਇੰਟ ਬਣਾਇਆ ਹੋਇਆ ਹੈ, ਬੰਬੇ ਹਾਈ ਕੋਰਟ ਪਹੁੰਚੀ ਨਿਤਿਕਾ। ਦਿੱਲੀ ਪੁਲਿਸ ਵੱਲੋਂ ਦਰਜ ਕੇਸ 'ਚ ਮੁਲਜ਼ਮ ਵਕੀਲ ਨਿਤਿਕਾ ਜੈਕਬ ਨੇ ਅਗਾਊ ਜ਼ਮਾਨਤ ਲਈ ਅੱਜ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਜੈਕਬ ਨੇ ਅੱਜ ਬੰਬੇ ਹਾਈ ਕੋਰਟ ਦੇ ਜਸਟਿਸ PD ਨਾਇਕ ਦੇ ਇਕਹਿਰੇ ਬੈਂਚ ਤੋਂ ਅਪੀਲ ਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ ਹੈ।
ਸੋ ਇੱਕ ਤਰੀਕੇ ਦੇ ਨਾਲ ਵੱਡੀ ਖਬਰ ਹੈ। ਟਵੀਟ ਤੋਂ ਬਾਅਦ ਅਨਿਲ ਵਿਜ ਵਿਵਾਦਾਂ 'ਚ ਘਿਰੇ ਨੇ। ਹਰਿਆਣਾ ਦੇ ਹੈਲਥ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਇੱਕ ਟਵੀਟ ਕੀਤਾ ਸੀਗਾ ਜਿਹੜਾ ਕਿ ਅਗੇਨ ਸੀਗਾ। ਦੇਖਦੇ ਹਾਂ ਉਹਨਾਂ ਨੂੰ ਕੀ ਜਿਹੜਾ ਵਿਵਾਦ ਕਰਨਾ ਪਿਆ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਟੂਲ ਕਿਟ ਮਾਮਲੇ ਵਿੱਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਬਾਰੇ ਕੀਤੇ ਗਏ ਟਵੀਟ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਨੇ। ਉਹਨਾਂ ਟਵੀਟ ਕਰਦਿਆਂ ਲਿਖਿਆ ਕਿ ਦੇਸ਼ ਵਿਰੋਧ ਦਾ ਬੀਜ ਜਿਸ ਦੇ ਦਿਮਾਗ ਵਿੱਚ ਹੋਵੇ ਉਸ ਦਾ ਬੀਜ ਨਾਸ ਕਰ ਦੇਣਾ ਚਾਹੀਦਾ ਹੈ, ਭਾਵੇਂ ਉਹ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ। ਵੱਡੀ ਗਿਣਤੀ ਵਿੱਚ ਲੋਕਾਂ ਨੇ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਟਵੀਟ ਨੂੰ ਹਟਾਉਣ ਦੀ ਮੰਗ ਕੀਤੀ। ਸ਼ਿਕਾਇਤ ਤੇ ਟਵਿੱਟਰ ਵੱਲੋਂ ਆਈ ਪ੍ਰਤੀਕਿਰਿਆ ਅਨਿਲ ਵਿਜ ਨੇ ਸਾਂਝੀ ਕੀਤੀ ਹੈ, ਜਿਸ ਵਿੱਚ ਟਵਿੱਟਰ ਨੇ ਕਿਹਾ ਕਿ ਅਸੀਂ ਇਸ ਸਮੱਗਰੀ ਦੀ ਜਾਂਚ ਕਰ ਲਈ ਹੈ ਅਤੇ ਇਹ ਟਵਿੱਟਰ ਦੇ ਨਿਯਮਾਂ ਤਹਿਤ ਹਟਾਉਣ ਯੋਗ ਨਹੀਂ ਹੈ। ਵੈਲ, ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਤੁਸੀਂ ਬਿਨਾਂ ਕਿਸੇ ਕੇਸ ਤੋਂ, ਬਿਨਾਂ ਕਿਸੇ ਜੁਡੀਸ਼ਰੀ ਇੱਕ ਤਰੀਕੇ ਪ੍ਰੋਸੀਜਰ ਤੋਂ ਕਿਵੇਂ ਜੰਪ ਕਰ ਸਕਦੇ ਹੋ ਕਿਸੇ ਕਨਕਲੂਜਨ ਦੇ ਉੱਤੇ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਦੇਸ਼ ਦਰੋਹੀ ਹੈ ਜਦਕਿ ਅਜੇ ਤੱਕ ਉਹਦੇ ਤੇ ਪ੍ਰੂਵ ਨਹੀਂ ਹੋਇਆ ਉਹ ਦੇਸ਼ ਦਰੋਹੀ ਹੈ। ਅਨਿਲ ਵਿਜ ਵੀ ਸੇਮ ਕਰ ਰਹੇ ਨੇ ਔਰ ਹਾਂ, ਸੋ ਕਾਲ ਟਵਿੱਟਰ ਕਹਿ ਰਿਹਾ ਕਿ ਇਹ ਠੀਕ ਹੈ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਇਸੇ ਹੀ ਨਿਊਜ਼ ਦੇ ਵਿੱਚ ਇੱਕ ਹੋਰ ਨਿਊਜ਼ ਜਿਹੜੀ ਹੈ, ਯਾਨੀ ਸਬ ਨਿਊਜ਼ ਕਹਿ ਸਕਦੇ ਹਾਂ, ਦਿਸ਼ਾ ਨੂੰ ਦੇਸ਼ ਵਿਦੇਸ਼ ਤੋਂ ਮਿਲ ਰਹੀ ਹੈ ਭਰਮੀ ਹਮਾਇਤ। ਟੂਲ ਕਿਟ ਮਾਮਲੇ 'ਚ ਦਿਸ਼ਾ ਰਵੀ ਦੀ ਗ੍ਰਿਫਤਾਰੀ ਦੀ ਦੇਸ਼ ਵਿਦੇਸ਼ ਵਿੱਚ ਨਿੰਦਾ ਕੀਤੀ ਜਾ ਰਹੀ ਹੈ, ਜਦਕਿ ਭਾਰਤ 'ਚ ਵਿਰੋਧੀ ਧਿਰ ਨੇ ਇਸ ਦੀ ਕਾਰਵਾਈ ਨੂੰ ਲੋਕਤੰਤਰ ਤੇ ਹਮਲਾ ਕਰਾਰ ਦਿੱਤਾ ਹੈ। ਸੋ ਇੱਕ ਤਰੀਕੇ ਨਾਲ ਬਹੁਤ ਵੱਡੀ ਖਬਰ ਹੈ। ਵੈਲ, ਇਹ ਸੀ ਪੰਜਾਬੀ ਟ੍ਰਿਬਿਊਨ। ਅੱਗੇ ਵਧਣਾ ਦੇਖਦਾ ਹਿੰਦੁਸਤਾਨ ਟਾਈਮਸ ਨੇ ਕੀ ਲਿਖਿਆ। ਵੈਲ, ਜੇ ਹਿੰਦੁਸਤਾਨ ਟਾਈਮਸ ਦੀ ਗੱਲ ਕਰੀਏ ਤੇ ਇਹਨਾਂ ਨੇ ਜਿਹੜੀ ਹੈਡਲਾਈਨ ਬਣਾਈ ਹੈ ਉਹ ਹੈਲਥ ਨਾਲ ਰਿਲੇਟਡ ਬਣਾਈ ਹੈ। ਵਰੀ ਫॉर ਮਹਾਰਾਸ਼ਟਰ, ਲੋਕਲ ਟ੍ਰੇਨ ਲੈਕਸਿਟੀ ਫਿਊਲ ਸਪਾਈਕ। Maharashtra, the state worst hit by COVID-19 in India, is again seeing a resurgence of cases, bringing an end to a 3-month-long plateau. 2 weeks after the state government started relaxing norms of social movement, including the wider restart of local trains in Mumbai. ਵੈਲ, ਅੱਗੇ ਇੱਕ ਵਾਰ ਫਿਰ ਤੋਂ ਸਪਾਈਕ ਵੇਖਣ ਨੂੰ ਮਿਲਿਆ। ਅਸੀਂ ਦੇਖਿਆ ਸੀ ਕਿ ਜੂਨ ਤੋਂ ਸ਼ੁਰੂ ਹੋਇਆ ਔਰ ਲਗਾਤਾਰ ਬਹੁਤ ਮਹੀਨਿਆਂ ਤੱਕ ਸਿੰਗਲ ਡਿਜਿਟ ਸਾਨੂੰ ਨਹੀਂ ਆਇਆ ਸੀ ਕਰੋਨਾ ਵਾਇਰਸ ਦਾ, ਕਿ ਕਰੋਨਾ ਪੇਸ਼ੈਂਟ ਜਿਹੜੇ ਸੀ ਲਗਾਤਾਰ ਮਹਾਰਾਸ਼ਟਰ ਦੇ ਵਿੱਚ ਸਪਾਈਕ 'ਤੇ ਸੀਗੇ। ਫਿਰ ਨੋਰਮ ਸੌਖੇ ਹੋਏ, ਹਾਲਾਤ ਸੌਖੇ ਹੋਏ, ਪੇਸ਼ੈਂਟ ਘਟੇ ਔਰ ਮੁੰਬਈ ਰੇਲ ਵੀ ਚੱਲ ਪਈ, ਜਿਹੜੀ ਨੂੰ ਮੁੰਬਈ ਦੀ ਲਾਈਫ ਲਾਈਨ ਕਹਿੰਦੇ ਨੇ। ਪਰ ਹੁਣ ਇੱਕ ਵਾਰ ਫਿਰ ਤੋਂ ਕੇਸਿਸ ਵਧਣ ਦੇ ਨਾਲ ਇਹ ਮੁੰਬਈ ਦੀ ਲਾਈਫ ਲਾਈਨ ਜਿਹੜੀ ਹੈ ਉਹ ਰੁਕ ਸਕਦੀ ਹੈ। ਇਹ ਬਹੁਤ ਵੱਡੀ ਖਬਰ ਹੈ। ਵੈਲ, ਇਹ ਸੀ ਹਿੰਦੁਸਤਾਨ ਟਾਈਮਸ। ਤੇ ਅੱਗੇ ਵਧਦਾ ਦੇਖਦਾ ਨਵਾਂ ਜ਼ਮਾਨਾ ਨੇ ਕੀ ਲਿਖਿਆ। ਨਵਾਂ ਜ਼ਮਾਨਾ ਨੇ ਲਿਖਿਆ ਹੈ ਕਿ ਨੌਜਵਾਨਾਂ ਦੀ ਸੰਘੀ ਕੁੱਟਣ ਦੀ ਕੋਸ਼ਿਸ਼, ਦਿਸ਼ਾ ਰਵੀ ਦੀ ਗ੍ਰਿਫਤਾਰੀ ਦੀ ਦੁਨੀਆ ਭਰ 'ਚ ਨਿੰਦਾ। ਉਹਨਾਂ ਨੇ ਵੀ ਦਿਸ਼ਾ ਰਵੀ ਦੀ ਜਿਹੜੀ ਗ੍ਰਿਫਤਾਰੀ ਆ ਉਹਨੂੰ ਲੈ ਕੇ ਹੈਡਲਾਈਨ ਬਣਾਈ ਹੈ। ਸੋਸ਼ਲ ਮੀਡੀਆ ਦੇ ਕਿਸਾਨਾਂ ਤੇ ਪ੍ਰੋਟੈਸਟ ਨਾਲ ਸੰਬੰਧਿਤ ਟੂਲ ਕਿਟ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨਾਲ ਸਾਂਝੀ ਕਰਨ ਵਿੱਚ ਕਥਿਤ ਸ਼ਮੂਲੀਅਤ ਨੂੰ ਲੈ ਕੇ 21 ਸਾਲਾ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਦੀ ਦੁਨੀਆ ਭਰ 'ਚ ਨਿੰਦਾ ਹੋ ਰਹੀ ਹੈ। ਕਾਂਗਰਸ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਦਿਸ਼ਾ ਰਵੀ ਦੀ ਗ੍ਰਿਫਤਾਰੀ ਦੱਸਦੀ ਹੈ ਕਿ ਭਾਰਤੀ ਰਾਜ ਬਹੁਤ ਹੀ ਜਰਜ ਬੁਨਿਆਦਾਂ ਤੇ ਖੜਾ ਹੈ। ਮਾਊਂਟ ਕਾਰਮਲ ਕਾਲਜ ਦੀ ਵਿਦਿਆਰਥਣ ਰਾਸ਼ਟਰ ਲਈ ਖਤਰਾ ਬਣ ਸਕਦੀ ਹੈ, ਇਹ ਤੇ ਅੱਜ ਪਤਾ ਲੱਗਾ। ਇਸ ਤੋਂ ਇਲਾਵਾ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਵੀ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਜਾਰੀ ਜੰਗ ਰੱਖਾਂਗੇ ਚਾਹੇ ਕੁਝ ਵੀ ਹੁੰਦਾ ਰਹੇ। ਵੈਲ, ਇਹ ਸੀ ਅੱਜ ਦਾ ਅਖਬਾਰਨਾਮਾ ਔਰ ਵੱਖਰੀ ਵੱਖਰੀ ਨਿਊਜ਼ਪੇਪਰਸ ਨੇ ਵੱਖਰੇ ਹੈਡਲਾਈਨਸ ਬਣਾਈਆਂ ਜਿਹੜੀਆਂ ਕਿ ਬਹੁਤ ਜ਼ਰੂਰੀ ਵੀ ਸੀਗੇ। ਮੈਂ ਹਰ ਵਾਰ ਆਉਂਦਾ ਰਹਾਂਗਾ ਔਰ ਤੁਹਾਡੇ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਸਾਂਝੀਆਂ ਕਰਦਾ ਰਹਾਂਗਾ। ਦੇਖਦੇ ਰਹੋ ਪੰਜਾਬ ਮੇਲ USA TV। ਤੁਹਾਡਾ ਬਹੁਤ ਬਹੁਤ ਧੰਨਵਾਦ।